ਜੀ ਵਾਹਿਗੁਰੂ ਸਾਹਿਬ ਜੀ। ਕਬੀਰ ਰੋੜਾ ਹੋਏ ਰਹੋ ਬਾਟਕਾ, ਤਜ ਮਨ ਕਾ ਅਭਿਮਾਨ। ऐसा कोई दास होए, ताहि मिलै भगवान। कबीर रूड़ा पया तो क्या हुआ, कबीर रोड़ा पया तो क्या हुआ। पंथी को दुख दे, हर जन ऐसा चाहिए, ज्यों तरणी में खे। नाल नाल चलियो श्लोक दे ਤੇ ਬਹੁਤ ਕੁਝ ਸਾਨੂੰ ਸਮਝ ਲੱਗੇਗਾ। ਕਿਸੇ ਰੋੜੇ ਨੂੰ ਨਹੀਂ ਸਮਝਾਇਆ ਜਾ ਰਿਹਾ, ਕਿਸੇ ਖੇਰ ਨੂੰ ਨਹੀਂ ਸਮਝਾਇਆ ਜਾ ਰਿਹਾ, ਕਿਸੇ ਪਾਣੀ ਨੂੰ ਨਹੀਂ ਸਮਝਾਇਆ ਜਾ ਰਿਹਾ। ਗੱਲ ਸਾਡੀ ਚੱਲ ਰਹੀ ਹੈ। ਕਿਤੇ ਅਸੀਂ ਰੋੜੇ ਵਰਗੇ ਬਣ ਜਾਂਦੇ ਹਾਂ, ਕਿਤੇ ਅਸੀਂ ਖੇਹ ਵਰਗੇ ਹੁੰਦੇ ਹਾਂ, ਕਿਤੇ ਅਸੀਂ ਪਾਣੀ ਵਰਗੇ ਹੁੰਦੇ ਹਾਂ। ਗੁਰੂ ਸਾਹਿਬ ਜੀ ਕਹਿੰਦੇ ਪ੍ਰਵਾਨ ਤਾਂ ਚੜ੍ਹੇਗਾ ਜੇ ਉਹਦੇ ਵਰਗਾ ਹੋਏਗਾ। ਤੇ ਕਬੀਰ ਖੇ ਪਈ ਤੋ ਕਿਆ ਹੁਆ, ਜੋ ਉਡ ਲਾਗੈ ਅੰਗ। ਹਰ ਜਨ ਐਸਾ ਚਾਹੀਐ, ਜਿਉ ਪਾਨੀ ਸਰਬੰਗ। कबीर पानी हुआ तो क्या पया, सीरा ताता होए। हर जन ऐसा चाहिए, जैसा हर ही होए। ये है कंप्लीट मंजिल। ਹਰੀ ਨੂੰ ਹਰੀ ਵਰਗਾ ਪ੍ਰਵਾਨ ਹੈ। ਇਕੱਲਾ ਹਰੀ ਨੂੰ ਹੀ ਨਹੀਂ, ਇਹ ਪੂਰੇ ਜਗਤ ਦੀ ਫਿਲਾਸਫੀ ਹੈ ਜਿਹੜੀ ਬਾਬਾ ਕਬੀਰ ਜੀ ਨੇ ਆਪਣੀ ਰਸਨਾ ਤੋਂ ਸਾਡੇ ਸਨਮੁਖ ਰੱਖੀ ਹੈ। ਜਿਹੋ ਜਿਹਾ ਮਨੁੱਖ ਆਪ ਹੁੰਦਾ ਹੈ, ਉਹੋ ਜਿਹਾ ਉਹਦਾ ਸਰਕਲ ਹੁੰਦਾ ਹੈ। ਤੁਸੀਂ ਕਦੀ ਵੇਖਿਓ ਬਾਣੀ 'ਚ ਬੜੇ ਥਾਵਾਂ 'ਤੇ ਗੁਰੂ ਸਾਹਿਬ ਜੀ ਨੇ ਇੱਕ ਥਾਂ ਤੇ ਬੜੇ ਸੁੰਦਰ ਵਾਕ ਸਤਿਗੁਰੂ ਜੀ ਵਰਤਦੇ। ਕਹਿੰਦੇ ਤੁਰਦੇ ਕਉ ਤੁਰਦਾ ਮਿਲੈ, ਉੱਡਤੇ ਕਉ ਉੱਡਤਾ। ਜੀਵਤ ਕਉ ਜੀਵਤ ਮਿਲੈ, ਮੂਏ ਕਉ ਮੂਆ। ਜਿਹੋ ਜੇ ਅਸੀਂ ਹੋਵਾਂਗੇ, ਉਹੋ ਜਿਹੀ ਸਾਡੀ ਸੁਸਾਇਟੀ, ਉਹੋ ਜਿਹਾ ਸਾਡਾ ਆਲਾ ਦੁਆਲਾ, ਉਹੋ ਜਿਹਾ ਸਾਡਾ ਮਾਹੌਲ ਹੋਏਗਾ। ਸੋ ਕੋਸ਼ਿਸ਼ ਕਰਿਆ ਕਰੀਏ। ਆਓ ਲੜੀਵਾਰ ਪਾਵਨ ਸ਼ਬਦ ਨਾਲ ਜੁੜਦੇ ਹਾਂ, ਰਲ ਕੇ ਸ਼ਬਦ ਦਾ ਪਾਠ ਕਰਾਂਗੇ, ਉਪਰੰਤ ਵਿਚਾਰ ਵਾਲੇ ਬੰਨੇ ਵੱਧਦੇ ਹਾਂ। ਧੰਨ ਵਾਹਿਗੁਰੂ ਮਲਹਾਰ। ਹਰ ਜਪਤ ਤੇਉ ਜਨਾ, ਪਦਮ ਕਮਲਾਸ ਪਤ। ਤਾਸ ਸਮ ਤੁਲ ਨਹੀਂ ਆਨ ਕਉ। ਏਕ ਹੀ ਏਕ ਅਨੇਕ ਹੋਏ ਵਿਸਥਾਰਿਓ। ਆਨ ਰੇ ਆਨ ਭਰਪੂਰ ਸੋ। ਹਰ ਜਪਤ ਤੇਉ ਜਨਾ, ਪਦਮ ਕਵਲਾਸ ਪਤ। ਤਾਸ ਸਮ ਤੁਲ ਨਹੀਂ ਆਨ ਕਉ। ਏਕ ਹੀ ਏਕ ਅਨੇਕ ਹੋਏ ਵਿਸਥਾਰਿਓ। ਆਨ ਰੇ ਆਨ ਭਰਪੂਰ ਸੋ ਰਹਾਉ। ਜਾਂ ਕੈ ਭਾਗਵਤ ਲਿਖੀਐ, ਅਵਰ ਨਹੀਂ ਪੇਖੀਐ।
ਸ਼ਰਤ ਹੈ, ਗੁਰੂ ਸਾਹਿਬ ਕਹਿੰਦੇ ਜੇ ਰੱਬ ਨਾਲ ਜੋੜਨੀ ਹੈ ਫਿਰ ਦੂਜੇ ਬੰਨੇ ਨਾ ਵੇਖਿਆ ਕਰ, ਤੇ ਜੇ ਦੂਜੇ ਬੰਨੇ ਵੇਖਣੀ ਹੈ ਫਿਰ ਰੱਬ ਦਾ ਖਹਿੜਾ ਛੱਡ ਦੇ, ਜਾਂ ਇੱਧਰ ਹੋ ਜਾ ਜਾਂ ਉੱਧਰ ਹੋ ਜਾ, ਕਿਸੇ ਬੰਨੇ ਲੱਗ, ਤੇਰਾ ਫੈਸਲਾ ਹੋ ਸਕੇ। ਜਿਹੜੀ ਦੁਵਿਧਾ ਆ ਨਾ, ਦੁਚਿੱਤੀ ਹੈ ਜਿਹੜੀ, ਡਬਲ ਮਾਈਂਡ, ਇਹ ਬੜੀ ਖਤਰਨਾਕ ਹੈ। ਨੋਰਮਲ ਲਾਈਫ 'ਚ ਵੀ ਬਹੁਤ ਜਿਹੜੇ ਬੰਦੇ ਡਬਲ ਮਾਈਂਡਡ ਹੁੰਦੇ ਆ ਨਾ, ਉਹ ਡਿਸੀਜ਼ਨ ਨਹੀਂ ਲੈ ਪਾਉਂਦੇ ਕਦੇ ਵੀ। ਜਿਹੜੇ ਬੰਦੇ ਨੂੰ ਡਿਸੀਜ਼ਨ ਨਹੀਂ ਲੈਣਾ ਆਉਂਦਾ ਉਹ ਕਦੀ ਜ਼ਿੰਦਗੀ 'ਚ ਕਾਮਯਾਬ ਨਹੀਂ ਹੁੰਦਾ। ਹਰ ਮੋੜ ਤੇ ਡਿਸੀਜ਼ਨ ਲੈਣੇ ਪੈਂਦੇ, ਤੁਹਾਨੂੰ ਫੈਸਲਾ ਕਰਨਾ ਆਉਣਾ ਚਾਹੀਦਾ ਬੰਦੇ ਨੂੰ। ਅਸੀਂ ਬਹੁਤ ਫੈਸਲੇ ਲੈਣ ਵਿੱਚ ਨਾ, ਫੈਸਲਾ ਕਰਨ ਵਿੱਚ ਲਗਭਗ ਸਭ ਤੋਂ ਵੱਧ ਮਨੁੱਖ ਹੈ ਜਿਹੜਾ ਦੂਜਿਆਂ ਦੇ ਫੈਸਲੇ ਨਾਲ ਚੱਲਦਾ। ਅਸੀਂ ਆਪ ਨਹੀਂ ਫੈਸਲਾ ਕਰਦੇ, ਤੇ ਜਦੋਂ ਆਪ ਵੀ ਫੈਸਲਾ ਕਰਦੇ ਆ ਨਾ, ਕਿਤੇ ਕਿਤੇ ਅਸੀਂ, ਠੀਕ ਹੈ, ਅੱਜ ਦੀ ਸਾਡੀ ਜਿਹੜੀ ਪੜ੍ਹੀ ਲਿਖੀ ਪੀੜ੍ਹੀ ਹੈ ਨਾ, ਉਹ ਕਈ ਵਾਰ ਐਵੇਂ ਕਹਿੰਦੀ ਹੈ ਵੀ ਅਸੀਂ ਕਿਸੇ ਦੇ ਫੈਸਲੇ ਤੇ ਕਿਉਂ ਰਹੀਏ, ਅਸੀਂ ਆਪਣੇ ਫੈਸਲੇ ਆਪ ਕਰਾਂਗੇ। ਪਰ ਉਹ ਵੀ ਅਕਲ 'ਚੋਂ ਨਹੀਂ ਕਰਦੇ ਫੈਸਲੇ, ਉਹ ਵੀ ਕਿਸੇ ਦੇ ਮਗਰ ਲੱਗ ਕੇ ਹੀ ਕਰਦੇ ਨੇ। ਇਹ ਜ਼ਰੂਰ ਚੇਤੇ 'ਚ ਰੱਖ। ਆਪਣਾ ਫੈਸਲੇ ਦਾ ਮਤਲਬ ਜ਼ਰੂਰ ਸਮਝਣਾ ਆ। ਆਪਣੇ ਦਾ ਮਤਲਬ ਇਹ ਨਹੀਂ ਹੈ ਵੀ ਜੋ ਮੇਰੇ ਮਨ 'ਚ ਆ ਗਿਆ। ਫਿਰ ਸ਼ਰਾਬੀ ਦੇ ਮਨ 'ਚ ਆਏਗਾ ਵੀ ਸ਼ਰਾਬ ਪੀਣੀ ਚਾਹੀਦੀ, ਅਗਲਾ ਕਹੇਗਾ ਮੈਂ ਤਾਂ ਫੈਸਲੇ ਕਰਦਾ ਆਪਣੇ, ਮੈਨੂੰ ਸਾਰੀ ਦੁਨੀਆ ਕਹਿੰਦੀ ਹੈ ਮਾੜੀ ਹੁੰਦੀ, ਆਪਾਂ ਨਹੀਂ ਕਦੀ ਕਿਸੇ ਦੀ ਪਰਵਾਹ ਕੀ। ਉਹ ਤਾਂ ਬਹੁਤ ਵੱਡਾ ਫੈਸਲਾ ਕਰਨ ਵਾਲਾ ਹੋ ਜੂ। ਫਿਰ ਫੈਸਲਾ ਵੀ ਸਮਝਣਾ ਪੈਣਾ। ਜਦੋਂ ਕੋਈ ਗੱਲ ਕਹੀ ਜਾਏ ਉਹਦੀ ਪੂਰੀ ਬਣਤਰ ਨੂੰ ਧਿਆਨ 'ਚ ਰੱਖਿਆ ਕਰੋ। ਸਤਿਗੁਰੂ ਜੀ ਕਹਿੰਦੇ ਜੇ ਰੱਬ ਵੱਲ ਵੇਖਣਾ ਫਿਰ ਜੱਗ ਨਾ ਵੇਖ, ਜੇ ਜੱਗ ਵੱਲ ਵੇਖਣਾ ਫਿਰ ਦੋਵੇਂ ਨਹੀਂ ਬਣਨੀਆਂ ਗੱਲਾਂ। ਅਸੀਂ ਹੈ ਹੀ ਅਸਲ 'ਚ ਦੋਗਲੇ ਆ, ਅਸੀਂ ਦੋਵੇਂ ਬੰਨੇ ਹੀ ਪਏ ਨੇ। ਤਾਂ ਹੀ ਨਾ ਸਾਡੇ ਕੋਲੋਂ ਰੱਬ ਬਚਦਾ ਤੇ ਨਾ ਸਾਡੇ ਕੋਲੋਂ ਕਿਸੇ ਬੰਨੇ ਦੇ ਨਹੀਂ ਰਹਿੰਦੇ। ਨਾ ਜੱਗ ਬਚਿਆ ਨਾ ਰੱਬ ਬਚਿਆ, ਦੋਵੇਂ ਬੰਨੇ ਝੁੱਗਾ ਚੌੜ ਕਰਾ ਲੈਨੇ ਆਪਾਂ। ਇੱਕ ਬੰਨੇ ਹੋ ਜਾਓ, ਜਿੱਧਰ ਦੇ ਵੀ ਹੋਣਾ ਹੈ। ਪਰ ਹਾਂ, ਚੇਤਾ ਰੱਖਿਓ, ਰੱਬ ਦੇ ਰਾਹ ਤੇ ਤੁਰਦਿਆਂ ਜੱਗ ਛੱਡਣਾ ਨਹੀਂ ਪੈਣਾ। ਇਹ ਗੱਲ ਚੇਤੇ 'ਚ ਰੱਖਿਓ। ਹੁਣ ਮੇਰੇ ਇਹਨਾਂ ਸ਼ਬਦਾਂ ਦੇ ਅਰਥ ਇਹ ਵੀ ਨਾ ਕੱਢ ਲਿਓ ਵੀ ਅੱਛਾ ਜੱਗ ਛੱਡਣ ਦਾ ਮਤਲਬ ਹੈ, ਅੱਗੇ ਜਾ ਕੇ ਸ਼ਬਦ ਆਉਣਗੇ, ਜੱਗ ਛੱਡਣ ਦਾ ਮਤਲਬ ਇਹ ਨਹੀਂ ਹੈ ਵੀ ਪਰਿਵਾਰ, ਮਾਪੇ, ਪਰਿਵਾਰ, ਰਿਸ਼ਤੇ, ਧੀਆਂ ਪੁੱਤ ਛੱਡ ਦਈਏ। ਇਹ ਜੱਗ ਛੱਡਣਾ ਨਹੀਂ ਹੈ, ਇਹਦੇ 'ਚ ਰਹਿਣਾ, ਜੱਗ ਵਿੱਚ ਰਹਿਣਾ ਆ। ਗੁਰਮਤ ਕਿਤੇ ਨਹੀਂ ਮਨਾ ਕਰਦੀ ਇਹਨਾਂ ਗੱਲਾਂ ਤੋਂ, ਸਗੋਂ ਗੁਰੂ ਸਾਹਿਬ ਜੀ ਤਾਂ ਰਿਸਪੌਂਸਿਬਿਲਿਟੀ ਚੁਕਾਉਂਦੇ ਨੇ। ਤੇ ਮਹਾਰਾਜ ਦੀ ਬਾਣੀ ਕਹਿੰਦੀ ਹੈ ਜਿਹਦੇ ਤੋਂ ਦੋ ਜਵਾਕਾਂ ਦੀ ਜ਼ਿੰਮੇਵਾਰੀ ਨਹੀਂ ਚੁੱਕੀ ਜਾਂਦੀ, ਉਹ ਰੱਬ ਦੇ ਨਾਲ ਬਣਨ ਦੀ ਕੋਸ਼ਿਸ਼ ਕਰੇ। ਉਹਦੇ ਤੋਂ ਰੱਬ ਵਾਲੀ ਕਿੱਥੇ ਚੁੱਕੀ ਜਾਣੀ ਹੈ? ਤਾਂ ਵੱਡਾ ਪ੍ਰਕਰਣ ਹੈ ਬਹੁਤ। ਜਿਹੜਾ ਦੋ ਬੱਚਿਆਂ ਦੇ ਝਮੇਲੇ ਤੋਂ ਤੰਗ ਆ ਜਾਂਦਾ ਕਈ ਵਾਰ ਵੀ ਮੈਂ ਤਾਂ ਅੱਕ ਗਿਆ। ਕਈ ਵਾਰ ਬੰਦੇ ਐ ਨਹੀਂ ਕਹਿੰਦੇ ਵੀ ਮੈਂ ਤਾਂ ਘਰ ਦੀ ਚੀਂ ਚੀਂ ਤੋਂ ਨਾ ਅੱਕ ਜਾਣਾ। ਨਾ 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 ਨਾ, ਇੱਥੇ ਤੋਂ ਅੱਕ ਜਾਏਗਾ ਤੈਨੂੰ ਰੱਬ ਵੀ ਸਮਝ ਨਹੀਂ ਆਉਣਾ। ਤਾਂ ਬਹੁਤ ਵੱਡਾ ਝਮੇਲਾ ਆ ਨਾ ਫਿਰ। ਸੋ ਇਹ ਪੱਖ ਵੀ ਧਿਆਨ ਨਾਲ ਸਮਝਿਓ। ਸਤਿਗੁਰੂ ਜੀ ਰਹਿਮਤ ਕਰਦੇ, ਜਾਂ ਕੈ ਭਾਗਵਤ ਲੇਖੀਐ ਅਵਰ ਨਹੀਂ ਪੇਖੀਐ, ਤਾਸ ਕੀ ਜਾਤ ਅਸ਼ੋਪ ਛਿਪਾ। ਬਿਆਸ ਮਹਿ ਲੇਖੀਐ ਸਨਕ ਮਹਿ ਪੇਖੀਐ, ਨਾਮ ਕੀ ਨਾਮ ਨਾ ਸਪਤ ਦੀਪਾ। ਜਾਂ ਕੈ ਈਦ ਬਕਰੀਦ ਕੁਲ ਗਊਰੇ ਬਧ ਕਰੈ, ਮਾਨੀਐ ਸ਼ੇਖ ਸ਼ਹੀਦ ਪੀਰਾ। ਜਾਂ ਕੈ ਬਾਪ ਵੈਸੀ ਕਰੀ ਪੂਤ ਐਸੀ ਕਸਰੀ, ਤਿਹੂੰ ਰੇ ਲੋਕ ਪ੍ਰਸਿੱਧ ਕਬੀਰਾ। ਜਾਂ ਕੇ ਕੁਟੰਬ ਕੇ ਢੇਡ ਸਭ ਢੋਰ ਢੋਵੰਤ ਫਿਰੈ, ਅਜੋਂ ਬਨਾਰਸੀ ਆਸ ਪਾਸਾ। ਆਚਾਰ ਸਹਿਤ ਬਿਪਰ ਕਰੈ ਡੰਡੌਤ, ਤਿਨ ਤਨੈ ਰਵਿਦਾਸ ਦਾਸਾਨ ਦਾਸਾ। ਜਾਂ ਕੈ ਕੁਟੰਬ ਕੇ ਢੇਡ ਸਭ ਢੋਰ ਢਵੰਤ, ਫਿਰਹਿ ਅਜੋਂ ਬਨਾਰਸੀ ਆਸ ਪਾਸਾ। ਆਚਾਰ ਸਹਿਤ ਬਿਪਰ ਕਰੈ ਡੰਡੌਤ,
ਤਿਨ ਤਨੈ ਰਵਿਦਾਸ ਦਾਸਾਨ ਦਾਸਾ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਸਾਰੀ ਮਨੁੱਖਤਾ ਦੇ ਸਾਂਝੇ ਰਹਿਬਰ, ਹਲਤ ਪਲਤ ਸਵਾਰ ਦੇਣਹਾਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਸੱਜ ਬੈਠੇ ਗੁਰੂ ਪਿਆਰ ਵਾਲਿਓ, ਅਦਬ ਸਹਿਤ ਗੁਰੂ ਕੇ ਸਵਾਰਿਆਂ ਪਾਸੋਂ ਹਰੀ ਜਸ ਕੀਰਤਨ ਨਾਲ ਸਾਂਝ ਬਣਾ ਰਹੇ ਸਾਂ। ਆਓ ਚੰਦ ਘੜੀਆਂ ਇਸ ਪਾਵਨ ਸ਼ਬਦ ਦੀ ਵਿਚਾਰ ਨਾਲ ਜੁੜਦੇ ਹਾਂ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਗੁਰੂ ਚਰਨਾਂ 'ਚ ਹੋ ਹਾਜ਼ਰ ਪਿਆਰ ਸਹਿਤ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਸਾਡੇ ਤੇ ਬਹੁਤ ਪਰਉਪਕਾਰ ਨੇ। ਇੱਕ ਪਰਉਪਕਾਰ ਅਸੀਂ ਗੁਰੂ ਨਾਨਕ ਸਾਹਿਬ ਜੀ ਤੇ ਕਰੀਏ, ਉਹ ਇਹ ਵੀ ਜਿਹੜਾ ਖਜ਼ਾਨਾ ਗੁਰੂ ਨਾਨਕ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਹੀਂ ਸਾਨੂੰ ਦੇ ਗਏ ਹਨ, ਉਹਨੂੰ ਇੱਕ ਵਾਰ ਪੜ੍ਹਨ ਦੀ ਜ਼ਰੂਰਤ ਕਰੀਏ, ਹਿੰਮਤ ਕਰੀਏ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਡੇ ਲਈ ਹੈ ਔਰ ਬਹੁਤ ਜੱਦੋ ਜਹਿਦ ਕਰਨੀ ਪਈ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੁਹਾਡੇ ਤੱਕ ਪਹੁੰਚਾਉਣ ਲਈ। ਇਹ ਦੁਨੀਆ 'ਚ ਬੜੀ ਅਚੰਭੇ ਵਾਲੀ ਗੱਲ ਹੈ, ਕਿਸੇ ਧਰਮ ਗ੍ਰੰਥ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸ਼ਹੀਦੀਆਂ ਹੋਈਆਂ ਹੋਣ। ਕਦੀ ਨਹੀਂ ਹੋਇਆ ਇੱਦਾਂ। ਤੁਸੀਂ ਦੁਨੀਆ ਭਰ ਦੇ ਗ੍ਰੰਥ ਲਿਆਓ ਤੇ ਕੋਈ ਇਹ ਦੱਸੇ ਵੀ ਇਸ ਗ੍ਰੰਥ ਦੇ ਬਦਲੇ ਇੰਨਾ ਕੁਝ ਹੋਇਆ। ਉਹਦੇ ਕਈ ਰੀਜ਼ਨ ਨੇ, ਉਸ ਬੰਨੇ ਮੈਂ ਨਹੀਂ ਜਾਣਾ, ਫੈਕਟ ਕਈ ਨੇ, ਆਪਾਂ ਸਮਝਦੇ ਰਹਿੰਦੇ ਹਾਂ। ਕਈ ਵਾਰ ਆਪਾਂ ਇੱਕ ਪਰਉਪਕਾਰ ਗੁਰੂ ਨਾਨਕ ਸਾਹਿਬ ਜੀ ਤੇ ਕਰੀਏ। ਖਾਸ ਕਰ ਮੇਰੀ ਜਿਹੜੀ ਨੌਜਵਾਨ ਪੀੜ੍ਹੀ ਹੈ, ਯੂਥ ਹੈ, ਜਿਹੜਾ ਪੜ੍ਹਿਆ ਲਿਖਿਆ ਵਰਗ ਹੈ, ਉਹਨਾਂ ਦੇ ਚਰਨਾਂ 'ਚ ਹੱਥ ਜੋੜ ਮੈਂ ਬੇਨਤੀ ਕਰਦਾ ਹੁੰਦਾ ਵੀ ਜਿੱਥੇ ਇੰਨਾ ਕੁਝ ਪੜ੍ਹਿਆ, ਇੱਕ ਵਾਰ ਬਾਬੇ ਨਾਨਕ ਦੇ 4 ਅੱਖਰ ਵੀ ਪੜ੍ਹ ਕੇ ਵੇਖੋ। ਹਿੰਮਤ ਕਰੋ ਥੋੜ੍ਹੀ ਜੀ, ਡਰਿਆ ਨਾ ਕਰੋ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ ਤੇ ਕਿਸੇ ਖਾਸ ਕੈਟਾਗਰੀ ਦਾ ਕਬਜ਼ਾ ਨਹੀਂ ਹੈ, ਅਸੀਂ ਸਾਰੇ ਹੀ ਪੜ੍ਹ ਸਕਦੇ ਹਾਂ। ਤੇ ਮੈਂ ਆਪ ਜੀ ਨੂੰ ਇਹ ਵੀ ਦੱਸਦਾ ਰਹਿਣਾ ਬੜੀ ਵਾਰ ਵੀ ਅੱਜ ਬਾਣੀ ਪੜ੍ਹਨ ਵਾਸਤੇ ਸੌਖਾ ਤਰੀਕਾ ਹੈ। ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬਹਿਣ ਤੋਂ ਡਰਦੇ ਹਾਂ, ਘਰ ਸੈਂਚੀਆਂ ਰੱਖਣ ਤੋਂ ਡਰਦੇ ਹਾਂ, ਬਹੁਤਾ ਇਹੋ ਹੀ ਹੁੰਦਾ ਨਾ ਵੀ ਸੈਂਚੀ ਕਿੱਥੇ ਰੱਖੀਏ। ਗੁਰੂ ਗ੍ਰੰਥ ਸਾਹਿਬ ਤਾਂ ਰੱਖਣਾ ਵੈਸੇ ਹੀ ਬਹੁਤ ਔਖਾ ਆ। ਅਸੀਂ ਉਹਦੇ ਲਈ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਘਰ ਲੈ ਕੇ ਜਾਂਦੇ ਹਾਂ, ਉਹਦੇ ਲਈ ਇੱਕ ਪੂਰੀ ਮਰਿਆਦਾ ਹੈ, ਉਹਨੂੰ ਸਾਨੂੰ ਸਾਰੀ ਮਰਿਆਦਾ ਨੂੰ ਮੰਨਣਾ ਪੈਂਦਾ। ਪੋਥੀਆਂ ਅਸੀਂ ਆਪਣੇ ਘਰ ਵਿੱਚ ਜਿੱਥੇ ਰਹਿੰਦੇ ਹਾਂ ਉੱਥੇ ਰੱਖ ਸਕਦੇ ਹਾਂ, ਉਹਦੇ ਲਈ ਕੋਈ ਬਹੁਤਾ ਉਚੇਚਾ ਕਰਮ ਕਰਨ ਦੀ ਲੋੜ ਨਹੀਂ ਪੈਂਦੀ। ਪਰ ਜੇ ਪੋਥੀਆਂ ਵੀ ਰੱਖਣ ਤੋਂ ਡਰ ਲੱਗਦਾ ਤੇ ਮੈਨੂੰ ਨਹੀਂ ਲੱਗਦਾ ਅੱਜ ਦਾ ਕੋਈ ਵੀ ਬੱਚਾ, ਬਜ਼ੁਰਗ, ਬੇਬੇ, ਮਾਤਾ ਜਿਹੜੀ ਆਪਣੇ ਘਰ ਵਿੱਚ ਫੋਨ ਨਹੀਂ ਵਰਤਦੀ। ਮੋਬਾਈਲ ਫੋਨ ਹਰ ਘਰ ਵਿੱਚ ਹੈ ਤੇ ਮੋਬਾਈਲ ਫੋਨ ਵਿੱਚ ਅੱਜ ਐਪਸ ਨੇ ਬਹੁਤ ਸਾਰੀਆਂ, ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਤੁਸੀਂ ਅਰਥਾਂ ਸਮੇਤ ਆਪਣੇ ਘਰ ਵਿੱਚ ਬਹਿ ਕੇ ਜਦੋਂ ਜੀ ਕਰੇ ਪੜ੍ਹ ਸਕਦੇ ਹੋ। ਜੇ ਅੱਜ ਵੀ ਨਾ ਬਾਣੀ ਪੜ੍ਹ ਸਕੇ ਆਪਾਂ, ਫਿਰ ਨਹੀਂ ਕਦੇ ਵੀ ਸਾਨੂੰ ਲੱਗਦਾ ਵੀ ਅਸੀਂ ਬਾਣੀ ਨਾਲ ਵਾਹ ਬਣਾ ਸਕਾਂਗੇ। ਸੋ ਗੁਰੂ ਸਾਹਿਬ ਜੀ ਕਿਰਪਾ ਕਰਦੇ, ਪਾਵਨ ਸ਼ਬਦ ਤਿਸ ਦਾ ਰਹਾਉ ਵਾਲਾ ਬੰਦ। ਮਹਾਰਾਜ ਸੱਚੇ ਪਾਤਸ਼ਾਹ ਰਵਿਦਾਸ ਜੀ ਦਾ ਇਹ ਪਾਵਨ ਸ਼ਬਦ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1293 ਉੱਪਰ ਸੁਭਾਇਮਾਨ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਹਰ ਜਪਤ ਤੇਊ ਜਨਾ, ਜਿਹੜੇ ਰੱਬ ਦਾ ਨਾਮ ਜਪਦੇ ਨੇ। ਹੁਣ ਜਿਹੜਾ ਹਰੀ ਨੂੰ ਜਪਣਾ ਆ ਉਹ ਜ਼ਰੂਰ ਚੇਤੇ ਵਿੱਚ, ਜਪ ਸ਼ਬਦ ਬਾਣੀ 'ਚ ਜਿੱਥੇ ਆਏਗਾ ਉਹਦਾ ਅਰਥ ਯਾਦ ਹੈ। ਜਦੋਂ ਵੀ ਬਾਣੀ 'ਚ ਕਿਤੇ ਜਪ ਸ਼ਬਦ ਆਏ ਨਾ, ਉਹਦਾ ਅਰਥ ਹੈ ਯਾਦ ਕਰਨਾ। ਜਿਹੜਾ ਯਾਦ ਕਰਨਾ ਹੈ ਉਹ ਸ਼ਬਦਾਂ ਨਾਲ ਨਹੀਂ ਹੁੰਦਾ ਕਦੇ ਵੀ। ਤੁਸੀਂ ਵੇਖੋ ਅੱਜ ਬੰਦੇ ਕਹਿੰਦੇ ਮੈਂ ਰੱਬ ਨੂੰ ਯਾਦ ਕਰਦਾ ਤੇ ਚੌਂਕੜਾ ਮਾਰ ਕੇ ਬਹਿ ਜਾਂਦੇ ਆ। ਉਹਦੇ ਨਾਮ ਰੱਖ ਲਏ ਨੇ, ਕੋਈ ਉਹਨੂੰ ਅੱਲਾ ਅੱਲਾ ਕਹਿ ਰਿਹਾ, ਕੋਈ ਉਹਨੂੰ ਖੁਦਾ ਕਹਿ ਰਿਹਾ, ਕੋਈ ਉਹਨੂੰ ਰਹੀਮ ਕਹਿ ਰਿਹਾ, ਕੋਈ ਉਹਨੂੰ ਵਾਹਿਗੁਰੂ ਕਹਿ ਰਿਹਾ, ਕੋਈ ਉਹਦੇ ਬੇਅੰਤ ਨਾਮ ਨੇ ਉਹਦੇ। ਹੁਣ ਤੁਹਾਡੇ ਇੱਥੇ ਕੈਨੇਡਾ 'ਚ ਤਾਂ ਇੱਕ ਨਵਾਂ ਨਾਮ ਰੱਖਿਆ ਬੰਦਿਆਂ ਨੇ, ਪ੍ਰੀਤ, ਰੱਬ ਦਾ ਨਾਮ ਪ੍ਰੀਤ। ਪਤਾ ਨਹੀਂ ਤੁਸੀਂ ਸੁਣਿਆ ਕਿ ਨਹੀਂ। ਸਾਡੇ ਧਾਰਮਿਕ ਬੰਦੇ ਉਹ ਹੁਣ ਨਾ ਵਾਹਿਗੁਰੂ ਕਹਿੰਦੇ ਨੇ, ਨਾ ਉਹ ਕੋਈ ਹੋਰ ਲੈਂਦੇ ਆ। ਉਹ ਗੁਰਦੁਆਰੇ ਦੀ ਹਦੂਦ ਵਿੱਚ ਬਹਿ ਕੇ ਉੱਚੀ ਉੱਚੀ ਕੂਕਦੇ ਨੇ ਪ੍ਰੀਤ ਪ੍ਰੀਤ ਪ੍ਰੀਤ। ਕਹਿੰਦੇ ਇੱਦਾਂ ਰੱਬ ਨਾਲ ਪ੍ਰੀਤ ਪੈ ਜਾਂਦੀ ਹੈ। ਟੈਕਨੋਲੋਜੀ ਦਾ ਯੁੱਗ ਹੈ ਨਾ, ਬੰਦੇ ਫਿਰ ਬਹੁਤ ਤਰੱਕੀਆਂ ਕਰਦੇ ਨੇ। ਸੋ ਜੇ ਪ੍ਰੀਤ ਕਹਿਣ ਨਾਲ ਪਿਆਰ ਪੈ ਜਾਂਦਾ ਤੇ ਫਿਰ ਪੜ੍ਹਾਈ ਕਹਿਣ ਨਾਲ ਪੜ੍ਹਾਈ ਵੀ ਆ ਜਾਣੀ ਚਾਹੀਦੀ ਹੈ ਨਾ। ਫਿਰ ਯੂਨੀਵਰਸਿਟੀਆਂ ਨੂੰ ਸਕਾਲਰ ਰੱਖਣ ਦੀ ਕੀ ਲੋੜ ਹੈ। ਸਾਡੇ ਵਰਗਾ ਅਨਪੜ੍ਹ ਜਿਹਾ ਬੰਦਾ ਰੱਖ ਲਿਆ ਕਰਨ, ਬਸ ਪੜ੍ਹਾਈ ਕਰ ਛੱਡਿਆ ਕਰੇ ਉੱਥੇ, ਕਿੰਨਾ ਸੌਖਾ ਹੋ ਜੂ। ਤੇ ਦਵਾਈ ਕਹਿਣ ਨਾਲ ਫਿਰ ਡਾਕਟਰ ਦੀ ਵੀ ਲੋੜ ਨਹੀਂ। ਰੱਬ ਦੀ ਵੱਡੀ ਗੱਲ ਹੈ ਨਾ। ਜੇ ਮੰਨ ਲਓ
ਹੁਣ ਤੁਸੀਂ ਕਹਿੰਦੇ ਹੋ ਪ੍ਰੀਤ ਕਹਿਣ ਨਾਲ ਪਿਆਰ ਪੈਂਦਾ, ਅਗਲੇ ਕਹਿਣਗੇ ਦਵਾਈ ਕਹਿਣ ਨਾਲ ਫਿਰ ਮਰੀਜ਼ ਠੀਕ ਹੋ ਜੂ। ਹੁਣ ਤੁਹਾਨੂੰ ਪਤਾ ਸਭ ਤੋਂ ਵੱਧ ਪੈਸਾ ਕੈਨੇਡਾ ਗੌਰਮੈਂਟ ਨੂੰ ਮੈਡੀਕਲ ਪੱਖ ਤੇ ਖਰਚਣਾ ਪੈਂਦਾ। ਕਿੰਨਾ ਸੌਖਾ, ਕੈਨੇਡਾ ਵਾਲਿਆਂ ਨੂੰ ਅਕਲ ਦਿਓ ਵੀ ਡਾਕਟਰ ਰੱਖਣ ਦੀ ਲੋੜ ਹੀ ਨਹੀਂ। ਸਾਡੇ ਵਰਗੇ ਅਨਪੜ੍ਹ ਬੰਦੇ ਜੇ ਰੱਖੋ, ਚੰਦ 4-5 ਸਾਧ ਜੇ ਵੱਡੇ ਵੱਡੇ ਹੌਸਪੀਟਲਾਂ 'ਚ, ਵੱਡੀਆਂ ਗੋਗੜਾਂ ਵਾਲੇ, ਤੇ ਜਦੋਂ ਮਰੀਜ਼ ਆਵੇ ਬਸ ਦਵਾਈ ਕਹਿ ਦਿਆ ਕਰਨ। 2-4 ਦਿਨ ਕਈ ਜਣੇ ਇਹਨਾਂ ਵੇਲਿਆਂ ਨੂੰ ਕਿਹੜਾ ਕੰਮ ਹੈ ਕੋਈ ਹੋਰ, ਸਾਰੇ ਉੱਥੇ ਬਹਾ ਦੇਣੇ ਚਾਹੀਦੇ ਖੜ ਕੇ। ਨਹੀਂ, ਭਾਈ ਗੁਰਦਾਸ ਜੀ ਨੇ ਲਿਖਿਆ, ਕਹਿੰਦੇ ਖਾਂਡ ਖਾਂਡ ਕਹੇ ਜੀਭਾ ਨਾ ਸਵਾਦ ਮਿੱਠੋ ਆਵੇ। ਰੋਟੀ ਖਾਣ ਤੋਂ ਬਾਅਦ ਮਿਰਚਾਂ ਲੱਗ ਜਾਣ ਤੇ ਅਸੀਂ ਕਹਿੰਦੇ ਨਾ ਕੋਈ ਮਿੱਠਾ ਲਿਆਓ, ਤੇ ਜੇ ਘਰ ਦੇ ਕਹਿਣ ਵੀ ਖੰਡ ਕਹਿ ਲਾ 2-3 ਵਾਰ, ਪੈ ਜਾਾਂਗੇ ਨਾ ਗਾਲ ਆਪਾਂ ਉਹਦੇ ਵੀ, ਤੇਰਾ ਦਿਮਾਗ ਕੰਮ ਕਰਦਾ। ਫਿਰ ਇਹਨਾਂ ਨੂੰ ਕੌਣ ਪੁੱਛੇ ਜਿਹੜੇ ਸਾਨੂੰ ਧਾਰਮਿਕ ਦੁਨੀਆ 'ਚ ਐਂ ਕਹਿੰਦੇ ਨੇ, ਇਹਨਾਂ ਨਾਲ ਕੌਣ ਗੱਲ ਕਰੇ। ਤੁਸੀਂ ਨੋਰਮਲ ਕਿਸੇ ਵੀ ਥਾਂ, ਤੁਸੀਂ ਕਿਸੇ ਥਾਂ ਤੇ ਪ੍ਰਸ਼ਾਦਾ ਛਕਦੇ ਹੋ, ਜੋ ਨੋਰਮਲੀ ਅਸੀਂ ਇੱਦਾਂ ਕਹੀਏ ਡਾਕਟਰ ਕੋਲ ਦਵਾਈ ਲੈਣ ਜਾਈਏ, ਉਹ $10 ਦੀ ਪਰਚੀ ਬਣਾ ਦੇ, ਫਿਰ ਸਾਡਾ ਹੱਥ ਚੈੱਕ ਕਰਕੇ ਫਿਰ $10 ਹੋਰ ਲੈ ਲੇ। ਹੁਣ ਜਾ ਕੇ ਕਹੇ ਵੀ ਚੁੱਪ ਕਰਕੇ ਘਰ ਜਾ ਕੇ ਨਾ 10 ਮਿੰਟ ਚੌਂਕੜਾ ਮਾਰ ਕੇ ਬਹਿਓ ਤੇ ਦਵਾਈ ਕਿਹੋ, ਤੁਸੀਂ ਗਲ ਨਹੀਂ ਪੈ ਜਾਓਗੇ ਡਾਕਟਰ ਦੇ ਵੀ ਦਿਮਾਗ ਠੀਕ ਹੈ ਤੇਰਾ। ਧਾਰਮਿਕਾਂ ਨੂੰ ਕੌਣ ਇਹ ਕਹਿੰਦੇ ਵਿਸ਼ਵਾਸ ਰੱਖੋ, ਸ਼ਰਧਾ ਰੱਖੋ, ਤੇ ਸਾਡੇ ਵਰਗਾ ਬੰਦਾ ਫਿਰ ਕਹਿੰਦਾ ਹਾਂ ਸ਼ਰਧਾ, ਤਾਂ ਸ਼ਰਧਾ ਨਾਲ ਵੀ ਠੀਕ ਹੀ ਠੀਕ ਹੋਣਾ ਨਾ। ਸ਼ਰਧਾ ਦੇ ਅਰਥ ਵੀ ਬਾਣੀ 'ਚ ਬੜੇ ਪਿਆਰੇ ਨੇ। ਖੈਰ, ਹੁਣ ਜੇ ਦਵਾਈ ਕਹਿਣ ਨਾਲ ਠੀਕ ਨਹੀਂ ਹੋਣਾ, ਪੜ੍ਹਾਈ ਕਹਿਣ ਨਾਲ ਪੜ੍ਹਾਈ ਨਹੀਂ ਆਉਣੀ, ਤਾਂ ਫਿਰ ਕੱਲਾ ਪ੍ਰੀਤ ਕਹਿਣ ਨਾਲ ਰੱਬ ਨਾਲ ਪ੍ਰੀਤ ਵੀ ਨਹੀਂ ਪ੍ਰੀਤ ਪਾਉਣੀ ਪੈਂਦੀ ਹੈ, ਪ੍ਰੀਤ ਪੈਦਾ ਕਰਨੀ ਪੈਂਦੀ ਹੈ, ਨੇਹ ਬਣਾਉਣਾ ਪੈਂਦਾ। ਨੇਹ ਪਾਉਣ ਵਾਸਤੇ ਤੁਹਾਨੂੰ ਕਿਸੇ ਨਾਲ ਅਟੈਚਮੈਂਟ ਬਣਾਉਣ ਵਾਸਤੇ ਕੁਝ ਛੱਡਣਾ ਪੈਂਦਾ, ਕੁਝ ਗਵਾਉਣਾ ਪੈਂਦਾ, ਕੁਝ ਪ੍ਰਾਪਤ ਕਰਨਾ ਪੈਂਦਾ, ਕੁਝ ਅਗਲੇ ਦੀਆਂ ਮੰਨਣੀਆਂ ਪੈਂਦੀਆਂ, ਕੁਝ ਆਪਣੀਆਂ ਮਨਾਉਣੀਆਂ ਪੈਂਦੀਆਂ। ਇੱਦਾਂ ਹੀ ਰੱਬ ਨਾਲ ਪਿਆਰ ਪੈਣਾ ਆ, ਕੁਝ ਰੱਬ ਦੀਆਂ ਮੰਨੋ, ਕੁਝ ਆਪਣੀਆਂ ਛੱਡੋ। ਅਸੀਂ ਤਾਲਮੇਲ ਬਣਾਈਏ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ, ਸਾਂਝ ਬਣਾਈਏ ਸੱਚੇ ਪਾਤਸ਼ਾਹ ਜੀ ਦੀ ਬਾਣੀ ਨਾਲ, ਤੇ ਜਿਹੜਾ ਰੱਬ ਨੂੰ ਯਾਦ ਕਰਦਾ ਆ, ਜਪਦਾ ਆ, ਬਾਣੀ 'ਚ ਜਿੱਥੇ ਸ਼ਬਦ ਆਇਆ ਜਪ, ਤਪ, ਸੰਜਮ, 3 ਸ਼ਬਦ ਆਏ, ਜਪ, ਤਪ, ਸੰਜਮ, ਫਿਰ ਸ਼ਬਦ ਆਇਆ ਧਰਮ ਨਾ ਕਮਾਇਆ। ਤੂੰ ਰੱਬ ਨੂੰ ਯਾਦ ਨਹੀਂ ਕੀਤਾ। ਤਪ ਦਾ ਅਰਥ ਧੂਣੀਆਂ ਤਾਉਣਾ ਨਹੀਂ ਹੈ ਗੁਰਮਤਿ ਵਿੱਚ, ਚੌਂਕੜੇ ਮਾਰਨਾ ਨਹੀਂ ਹੈ। ਤਪ ਦਾ ਅਰਥ ਹੈ ਜਿਹਨੂੰ ਯਾਦ ਕਰ ਰਿਹਾ ਉਹਦੇ ਅਕੋਰਡਿੰਗ ਚੱਲ, ਇਹ ਹੈ ਤਪ ਗੁਰਮਤਿ ਦਾ। ਗੁਰਮਤਿ ਦੇ ਤਪ, ਹੁਣੇ ਸ਼ਲੋਕ ਪੜ੍ਹ ਰਹੇ ਸਾਂ ਨਾ ਗੁਰੂ ਸਵਾਰੇ, ਆਪਾਂ ਮੰਗਲ ਚਰਨ ਵਿੱਚ ਵੀ ਪੜ੍ਹਦੇ ਸਾਂ, ਕਬੀਰ ਰੋੜਾ ਹੋਏ ਰਹੋ ਬਾਟਕਾ ਤਜ ਮਨ ਕਾ, ਹੰਕਾਰ ਛੱਡ। ਤੇ ਹੰਕਾਰ ਛੱਡਣਾ ਤਪ ਕਰਨਾ ਨਹੀਂ ਹੈ। ਕਿੰਨਾ ਔਖਾ ਆ ਹੰਕਾਰ ਛੱਡਣਾ, ਤੇ ਜਿਹੜਾ ਬੰਦਾ ਹੰਕਾਰ ਛੱਡ ਦੇ ਸਮਝ ਲਓ ਤਪ ਕਰ ਰਿਹਾ ਉਹ। ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਂ ਹੀ ਮਿਲੇ, ਫਿਰ ਰੱਬ ਮਿਲ ਜਾਂਦਾ। ਹੰਕਾਰ ਛੱਡ। ਕਬੀਰ ਸਾਹਿਬ ਜੀ ਛੱਡਤਾ ਹੰਕਾਰ, ਹੁਣ ਮਿਲ ਜੂ ਰੱਬ, ਕਹਿੰਦੇ ਨਾ। ਹੁਣ ਇਹ ਥੋੜੀ ਵੀ ਕਬੀਰ ਸਾਹਿਬ ਮੁੱਕਰ ਗਏ ਆਪਣੀ ਗੱਲ ਤੋਂ, ਕਹਿੰਦੇ ਅੱਗੇ ਆ ਥੋੜਾ ਜਿਹਾ ਹੋਰ ਦੱਸਦਾ। ਹੰਕਾਰ ਛੱਡਤਾ ਨਾ, ਕਹਿੰਦੇ ਹਾਂ ਸੱਚੇ ਪਾਤਸ਼ਾਹ ਹੁਣ ਆਪਣੀ ਗੱਲ ਚੱਲਦੀ ਆ, ਆਪਾਂ ਕਹੀਏ ਸੱਚੇ ਪਾਤਸ਼ਾਹ ਜੀ ਮੈਂ ਆਇਆ ਤੁਹਾਡੇ ਗੁਰਦਰ ਤੇ, ਹੁਣ ਹੰਕਾਰ ਨਹੀਂ ਅੱਜ ਤੋਂ ਬਾਅਦ ਕਰਨਾ, ਫਿਰ ਮਿਲ ਜੂ ਰੱਬ। ਕਬੀਰ ਸਾਹਿਬ ਨੇ ਕਹਿਣਾ ਚੱਲ ਫਿਰ ਅੱਗੇ ਥੋੜਾ ਜਿਹਾ ਹੋਰ। ਹੰਕਾਰ ਛੱਡਤਾ ਨਾ, ਅਗਲੀ ਡਿਗਰੀ ਦੀ ਕਰ ਤਿਆਰੀ। ਦੱਸੋ ਕਬੀਰ ਸਾਹਿਬ ਅਗਲੀ ਡਿਗਰੀ ਕੀ ਹੈ? ਕਹਿੰਦੇ ਕਬੀਰ ਰੋੜਾ ਹੁਆ ਤੋ ਕਿਆ ਭਇਆ, ਕੀ ਹੋ ਗਿਆ ਜੇ ਰੋੜਾ ਹੋ ਗਿਆ, ਕੱਲਾ ਹੰਕਾਰ ਹੀ ਛੱਡਿਆ। ਪਰ ਅੰਦਰ ਤੇ ਅਜੇ ਵੀ ਚੱਲਦਾ ਨਾ, ਕਿਤੇ ਕਿਤੇ ਜਾਗ ਪੈਂਦਾ ਨਾ, ਪੰਥੀ ਕੋ ਦੁੱਖ ਦੇ। ਰੋੜਾ ਵੀ ਪੰਥੀ ਨੂੰ ਦੁੱਖ, ਪੰਥੀ ਮੀਨਿੰਗ ਰਾਹ ਤੁਰਨ ਵਾਲਾ ਬੰਦਾ। ਕਈ ਵਾਰ ਰੋੜੇ ਤੋਂ ਪੈਰ ਤਿਲਕ ਜਾਏ ਨਾ ਬੰਦੇ ਦਾ, ਰੋੜੇ ਤੇ ਪੈਰ ਪੈ ਜਾਏ ਤੇ ਕਈ ਦਿਨ ਬੰਦਾ ਤੁਰਨੋਂ ਅਸਮਰੱਥ ਹੋ ਜਾਂਦਾ। ਗੱਲ ਹੁਣ ਇਹ ਰੋੜਿਆਂ ਦੀ ਥੋੜੀ, ਕਿੰਨੇ ਰੋੜੇ ਨੇ ਬੰਦਿਆਂ ਦੇ ਰਾਹ 'ਚ ਅੜਕਾਉਣ ਵਾਲੇ, ਕਿੰਨੇ ਰੋੜੇ ਨੇ ਜਿਨ੍ਹਾਂ ਨੇ ਸਾਡੀ ਜਵਾਨੀ ਬਰਬਾਦ ਕਰਕੇ ਰੱਖਤੀ, ਕਿੰਨੇ ਰੋੜੇ ਨੇ ਜਿਨ੍ਹਾਂ ਨੂੰ ਗੁੰਮਰਾਹ ਕਰਕੇ ਸਾਡੇ ਬੱਚਿਆਂ ਨੂੰ ਕਿੰਨੀ ਗਲਤ ਡਾਇਰੈਕਸ਼ਨ ਦੇ। ਇਹ ਰੋੜਿਆਂ ਦਾ ਜ਼ਿਕਰ ਹੋ ਰਿਹਾ, ਤਾਂ ਨਹੀਂ ਸਾਡੀ ਕਥਾ ਸੁਣਨ ਬਹਿੰਦੇ ਇੱਥੇ ਬੰਦੇ। ਉਹ ਕਹਿੰਦੇ ਇਦਾਂ ਸੁਣਾਓ ਆਕਾਸ਼ ਦੀਆਂ ਗੱਲਾਂ, ਰੱਬ ਦੀਆਂ ਗੱਲਾਂ, ਪ੍ਰਮਾਤਮਾ ਦੇ ਘਰ। ਮੈਨੂੰ ਬੜੇ ਬੰਦੇ ਮਿਲਦੇ, ਕਹਿੰਦੇ ਕੋਈ ਰੱਬ ਦੇ ਘਰ ਦੀ ਗੱਲ ਸੁਣਾਇਆ ਕਰੋ। ਮੈਂ ਕਿਹਾ ਰੱਬ ਦੇ ਘਰ ਜਾਣਾ ਤੇ ਤੁਸੀਂ ਹੈ ਨਾ, ਗੱਲ ਤਾਂ ਤੁਹਾਡੀ ਸੁਣਾਉਣ ਦੀ ਲੋੜ ਹੈ। ਹੋਰ ਕਿਹੜੇ ਰੱਬ ਦੇ ਘਰ ਦੀ ਗੱਲ ਸੁਣਾਈਏ? ਬਾਣੀ ਦੀ ਗੱਲ ਸੁਣਾਓ, ਬਾਣੀ ਦੀ। ਇਹ ਵੀ ਬਾਣੀ 'ਚ ਲਿਖਿਆ, ਰੋੜਾ ਹੁਆ ਤੋ ਕਿਆ ਭਇਆ।
ਕਿਆ ਸਾਨੂੰ ਹੈ, ਗੱਲ ਮੇਰੀ ਚੱਲਦੀ ਹੈ। ਲੋਕਾਂ ਨਾਲ ਬੇਈਮਾਨੀਆਂ ਕਰਦਾ, ਧੱਕੇ ਕਰਦਾ ਨਿੱਤ, ਤੇ ਗੁਰਦੁਆਰੇ ਮੱਥਾ ਟੇਕ ਕੇ ਕਹਿੰਦਾ ਸੱਚੇ ਪਾਤਸ਼ਾਹ ਜੀ ਮਿਹਰ ਕਰ ਦਿਓ। ਨਹੀਂ ਭਾਈ, ਰੋੜਾ ਨਾ ਬਣ, ਲੋਕਾਂ ਦੇ ਰਾਹ 'ਚ ਰੋੜੇ ਬਣ ਕੇ ਨਾ ਖੜ ਜਾਓ। ਹੁਣ ਜਿੰਨੇ ਰੋੜੇ ਨੇ ਭਲਾ ਬਣਦੇ ਆ ਜਿਹੜੇ ਰੋੜੇ, ਉਹਨਾਂ ਨੂੰ ਚੰਗਾ ਲੱਗੂ ਬਾਬਾ ਕਬੀਰ? ਉਹਨਾਂ ਦਾ ਜ਼ਹਿਰ ਵਰਗਾ ਨਹੀਂ ਲੱਗਣਾ ਬਾਬਾ ਕਬੀਰ, ਵਿਉ ਵਰਗਾ ਲੱਗਣਾ ਬਾਬਾ ਕਬੀਰ। ਤਾਂ ਕਰਕੇ ਬਾਣੀ ਨਾਲ ਸੰਬੰਧ ਬਣਾਉਣਾ। ਰੋੜਾ ਹੁਆ ਤੋ ਕਿਆ ਭਇਆ, ਪੰਥੀ ਕੋ ਦੁੱਖ ਦੇ। ਤੂੰ ਦੁੱਖ ਦਿੱਤਾ। ਆ ਪਿੱਛੇ ਹੋਇਆ ਨਹੀਂ ਬੱਚੀ ਦਾ ਕਤਲ ਇੱਥੇ ਤੁਹਾਡੇ, ਪਤਾ ਨਹੀਂ ਹਰਲੀਨ ਕਿ ਗੁਰਲੀਨ, ਉਹ ਕੀ ਹੈ ਇਹ? ਹੁਣ ਨਾ ਮਾਪਿਆਂ ਦੀਆਂ ਸ਼ਦਰਾਂ ਕੋਈ ਵੇਖੇਗਾ ਭਲਾ? ਮੈਂ ਨਹੀਂ ਕਹਿੰਦਾ, ਮੈਨੂੰ ਨਹੀਂ ਪਤਾ ਗਲਤੀ ਕਿਹਦੀ ਹੋਣੀ ਹੈ। ਮੈਂ ਤਾਂ ਸਿਰਫ ਇਹ ਕਹਿਣਾ ਵੀ ਸਾਡਾ ਸਮਾਜ ਇੰਨਾ ਕਰਪਟ ਕਿਉਂ ਹੋ ਗਿਆ। ਅਸੀਂ ਹੁਣੇ ਬੈਠੇ ਗੱਲ ਕਰਦੇ ਸਾਂ ਵੀ ਇੱਥੇ ਕੈਨੇਡਾ 'ਚ ਅੱਜ ਬੰਦੇ ਪਤਾ ਕੀ ਸੋਚਦੇ ਆ? ਕਹਿੰਦੇ ਪਹਿਲੀ ਗੱਲ ਤੇ ਕਿਸੇ ਪੰਜਾਬੀ ਕੋਲ ਕੰਮ ਨਾ ਕਰਿਓ, ਤੇ ਜੇ ਪੰਜਾਬੀ ਕੋਲ ਕਰਨਾ ਹੋਇਆ ਤੇ ਘੱਟੋ ਘੱਟ ਅੰਮ੍ਰਿਤਧਾਰੀ ਕੋਲ ਤੇ ਨਾ ਕਰਿਓ। ਇਹ ਮਾਹੌਲ ਹੈ ਇੱਥੇ, ਇਹ ਕਮਾਈ ਹੈ ਸਾਡੀ। ਫਿਰ ਇਸ ਲਈ ਛੱਡੇ ਸੀ ਘਰ-ਬਾਰ, ਅਸੀਂ ਇਸ ਲਈ ਅਸੀਂ ਸਾਰਾ ਕੁਝ ਤਿਆਗ ਕੇ ਆਏ ਸਾਂ ਜੀ। ਇਹੋ ਕੁਝ ਹੀ ਖੱਟਣਾ ਸੀ। ਜੇ ਇਹੋ ਹੀ ਕਮਾਈਆਂ ਕਰਨੀਆਂ ਸਨ ਤਾਂ ਫਿਰ ਠੀਕ ਸੀ, ਉੱਥੇ ਹੀ ਧੱਕੇ ਖਾਈ ਜਾਂਦੇ। ਇਹਨਾਂ ਖੂਬਸੂਰਤ ਮੁਲਕਾਂ ਵਿੱਚ ਆਣ ਕੇ, ਇਹਨਾਂ ਸੋਹਣੀਆਂ ਕੰਟਰੀਆਂ ਵਿੱਚ ਆਣ ਕੇ ਅਸੀਂ ਸਮਝ ਕਿਉਂ ਨਾ ਸਕੇ? ਆ ਇੱਥੇ ਜਿਹੜੀ YouTube ਤੇ ਨਾ, ਤੁਸੀਂ ਸੋਸ਼ਲ ਮੀਡੀਆ ਤੇ ਇੱਥੋਂ ਦੇ ਲੋਕਲ ਜਿਹੜੇ ਪੁਰਾਣੇ ਬੰਦੇ ਨੇ ਤੇ ਜਿਹੜੇ ਸਟੂਡੈਂਟ ਆਏ ਨੇ, ਇਹਨਾਂ ਦੀਆਂ ਲੜਾਈਆਂ ਵੇਖਣ ਵਾਲੀਆਂ, ਇੱਦਾਂ ਦੀਆਂ ਤੂਹਮਤਾਂ ਇੱਕ ਦੂਜੇ ਤੇ ਲਾਉਂਦੇ ਨੇ ਨਾ। ਸੱਚੀ ਮੁੱਚੀ ਦੁਨੀਆ ਵੇਂਦੀ ਆ ਕਮਲਿਓ, ਤੁਹਾਨੂੰ ਜੱਗ ਵੇਂਦਾ ਆ। ਕਿਉਂ ਤਮਾਸ਼ਾ ਬਣਦੇ ਹੋ ਦੁਨੀਆ ਦੇ ਸਾਹਮਣੇ? ਮੈਂ ਕਿਸੇ ਇੱਕ ਨੂੰ ਨਹੀਂ ਕਹਿੰਦਾ, ਮੇਰਾ ਇੱਕ ਨਾਲ ਕੋਈ ਲੈਣਾ ਦੇਣਾ। ਮੇਰੇ ਵਾਸਤੇ ਸਟੂਡੈਂਟ ਵੀ ਉੱਦਾਂ ਦੇ ਆ, ਮੇਰੇ ਵਾਸਤੇ ਦੂਜੇ ਬੰਦੇ ਵੀ, ਪਰ ਜਿਹੜੇ ਵੀ ਨੇ ਯਾਰ ਕਿਉਂ ਕਰਦੇ ਆ ਇੱਦਾਂ? ਅਸੀਂ ਇਹਨੇ ਰੋੜਾ ਹੋਏ ਰਹੋ ਬਾਟਕਾ, ਇਹਨੂੰ ਕਹਿੰਦੇ ਆ ਰੋੜਾ ਹੁਆ ਤੋ ਕਿਆ ਭਇਆ, ਪੰਥੀ ਕੋ ਦੁੱਖ ਦੇ। ਤੇਰੇ ਕਰਕੇ ਕਮਲਿਆ ਕਿੰਨਿਆਂ ਦੇ ਘਰ ਬਰਬਾਦ ਹੋਏ ਹੋਣੇ ਆ। ਤੇਰੀਆਂ ਚੁੱਕਣਾ ਨੇ ਕਿੰਨੀਆਂ ਧੀਆਂ ਦੀਆਂ ਇੱਜ਼ਤਾਂ ਮਿੱਟੀ 'ਚ ਰੋਲਤੀਆਂ ਹੋਣੀਆਂ। ਕਿੰਨੇ ਪਰਿਵਾਰਾਂ ਨੂੰ ਦਾਗ ਲਾਇਆ ਹੋਣਾ ਤੇਰੇ ਰੋੜੇ ਹੋਣ ਨੇ। ਕੀ ਹੋਇਆ ਜੇ ਤੂੰ ਰੋੜਾ ਬਣ ਗਿਆ? ਤੇ ਕਬੀਰ ਸਾਹਿਬ ਤਾਂ ਅੱਖਾਂ 'ਚ ਅੱਖਾਂ ਨਹੀਂ ਪੈਂਦੀਆਂ ਕਬੀਰ ਸਾਹਿਬ ਹੋਣਾ ਦੇ ਇੱਥੇ। ਰੋੜਾ ਹੁਆ ਤੋ ਕਿਆ ਭਇਆ, ਪੰਥੀ ਕੋ ਦੁੱਖ ਦੇ। ਹਰ ਜਨ ਐਸਾ ਚਾਹੀਏ ਜਿਉਂ ਧਰਣੀ ਮੈਂ ਖੇ, ਠੇਡਾ ਨਾ ਵੱਜਣ ਦੀ ਖੇ ਹੋ ਜਾ। ਕਬੀਰ ਸਾਹਿਬ ਜੀ ਠੀਕ ਹੈ, ਅੱਜ ਤੋਂ ਬਾਅਦ ਰੋੜਾ ਨਹੀਂ ਬਣਦਾ, ਮੈਂ ਨਹੀਂ ਕਿਸੇ ਦੇ ਪੈਰਾਂ 'ਚ ਅੜਦਾ, ਖੇ ਪ੍ਰਵਾਨ ਹੈ। ਕਬੀਰ ਸਾਹਿਬ ਕਹਿੰਦੇ ਅੱਗੇ ਚੱਲ, ਖੇ ਭਈ ਤੋ ਕਿਆ ਹੁਆ ਜੋ ਉੱਡ ਲਾਗੇ ਅੰਗ। ਇਹ ਵੀ ਦੁਨੀਆ ਦੇ ਅੰਗ ਗੰਦੇ ਕਰਦੀ ਹੈ। ਇਹ ਵੀ ਡਸਟ ਹੈ ਨਾ, ਜਿਹੜੀ ਡਸਟ, ਖੇ ਮਤਲਬ ਡਸਟ, ਇਹ ਵੀ ਚਿਹਰੇ ਭੈੜੇ ਬਣਾ ਦਿੰਦੀ ਹੈ, ਇਹ ਵੀ ਕੱਪੜਿਆਂ ਨੂੰ ਗੰਦਲੇ ਕਰਦੀ ਹੈ। ਖੇ ਭਈ ਤੋ ਕਿਆ ਹੁਆ ਜੋ ਉੱਡ ਲਾਗੇ ਅੰਗ, ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਬੰਗ। ਹਰੀ ਦਾ ਪਿਆਰਾ ਪਾਣੀ ਵਰਗਾ ਚਾਹੀਦਾ। ਪਾਣੀ ਦਾ ਸਭ ਤੋਂ ਵੱਡਾ ਗੁਣ ਹੈ ਹਰ ਇੱਕ ਦੀ ਪਿਆਸ ਬੁਝਾਉਂਦਾ। ਪਾਣੀ 'ਚ ਸਭ ਤੋਂ ਵੱਡੀ ਕੁਆਲਿਟੀ ਹੈ ਪਾਣੀ ਚੱਲੇ ਨਿਵਾਣ ਨੂੰ। ਭਾਈ ਗੁਰਦਾਸ ਜੀ ਨੇ ਲਿਖਿਆ, ਇਹ ਉੱਚੇ ਬੰਨੇ ਨੂੰ ਨਹੀਂ ਜਾਂਦਾ, ਇਹ ਨੀਵੇਂ ਬੰਨੇ ਨੂੰ ਤੁਰਦਾ। ਪਰ ਗੁਰੂ ਸਾਹਿਬ ਜੀ ਕਹਿੰਦੇ ਪਾਣੀ ਕੋਲੋਂ ਸਿੱਖ ਨੀਵਿਆਂ ਵੱਲ ਵੇਖਿਆ ਕਰ, ਆਪਣੇ ਤੋਂ ਥੱਲੇ ਵਾਲਿਆਂ ਦੀ ਬਾਂਹ ਫੜਿਆ ਕਰ, ਆਪਣੇ ਤੋਂ ਨੀਵੇਂ ਨੂੰ ਬਾਂਹ ਫੜ ਕੇ ਨਾਲ ਖੜਿਆ ਕਰਿਆ ਕਰ, ਠੇਡੇ ਨਾ ਲਾਇਆ ਕਰ ਲੋਕਾਂ ਨੂੰ। ਹੈ ਸਾਡੀ ਪੰਜਾਬੀਅਤ 'ਚ ਇਹ ਗੁਣ ਰਹਿ ਗਿਆ, ਅੱਜ ਖਤਮ ਹੋ ਗਏ ਨਾ ਸਾਡੇ ਕੋਲੋਂ। ਤੇ ਗੁਰਦੁਆਰੇ ਪਹਿਲਾਂ ਨਾਲੋਂ ਵੱਡੇ ਹੋ ਗਏ, ਇਹ ਗੁਣ ਮੁੱਕ ਗਏ। ਨਿਸ਼ਾਨ ਸਾਹਿਬ ਪਹਿਲਾਂ ਨਾਲੋਂ ਉੱਚੇ ਹੋ ਗਏ, ਇਹ ਗੁਣ ਮੁੱਕ ਗਏ। ਕਿਰਪਾਨਾਂ ਪਹਿਲਾਂ ਨਾਲੋਂ ਜ਼ਿਆਦੀਆਂ ਦਿਸਦੀਆਂ ਨੇ, ਸਿਰਾਂ ਤੇ ਪੱਗਾਂ ਜ਼ਿਆਦੀਆਂ ਦਿਸਦੀਆਂ ਨੇ, ਪਰ ਜਿਹੜੇ ਗੁਣ ਬਾਬੇ ਨਾਨਕ ਨੇ ਪੈਦਾ ਕੀਤੇ ਸੀ ਉਹ ਨਹੀਂ ਦਿਸਦੇ। ਭਗਤੀ ਉਹਨੂੰ ਕਹਿੰਦੇ ਨੇ, ਇਹ ਥੋੜੀ ਭਗਤੀ ਹੁੰਦੀ ਹੈ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਸਾਨੂੰ ਕਿਤੇ ਇਹ ਗੱਲ ਸਮਝ ਵਿੱਚ ਲੱਗੇ। ਗੁਰੂ ਕੇ ਪਿਆਰ ਵਾਲਿਓ, ਇਹ ਹੈ ਨਾਮ ਜਪਣਾ, ਇਹਨੂੰ ਨਾਮ ਜਪਣਾ ਕਹਿੰਦੇ ਆ। ਚਾਰੇ ਸ਼ਲੋਕ ਬਾਬਾ ਕਬੀਰ ਜੀ ਦੇ ਯਾਦ ਕਰੋ, ਆਪਣੀ ਜ਼ਿੰਦਗੀ 'ਚ ਪੱਕੇ ਕਰੋ, ਆਪਣੇ ਘਰਾਂ ਦੇ ਕੰਧਾਂ ਤੇ ਲਿਖ ਕੇ ਲਾਓ ਇਹ ਚਾਰੇ ਸ਼ਲੋਕ, ਆਪਣੇ ਡਰਾਇੰਗ ਰੂਮ ਵਿੱਚ ਲਿਖ ਕੇ ਲਾਓ। ਸਵੇਰੇ ਘਰੋਂ ਨਿਕਲਣ ਲੱਗੇ ਜੇ ਇਹ ਸ਼ਲੋਕ ਪੜ੍ਹ ਕੇ ਜਾਇਆ ਕਰੋ, ਆਫਿਸ ਵਿੱਚ ਵੜਨ ਲੱਗੇ ਇਹਨਾਂ ਸ਼ਲੋਕਾਂ ਨੂੰ ਚੇਤੇ ਕਰਿਆ ਕਰੋ, ਕੰਮ ਸ਼ੁਰੂ ਕਰਨ ਲੱਗੇ ਇਹ ਸ਼ਲੋਕ ਚੇਤੇ ਕਰਿਆ ਕਰੋ। ਰੋੜਾ ਨਹੀਂ ਬਣਨਾ ਕਿਸੇ ਦੀ ਜ਼ਿੰਦਗੀ ਵਿੱਚ, ਖੇ ਨਹੀਂ ਬਣਨਾ ਕਿਸੇ ਦੀ ਜ਼ਿੰਦਗੀ ਵਾਸਤੇ। ਵੇਖੋ ਦੁਨੀਆ ਦਾ ਨਕਸ਼ਾ ਬਦਲਦਾ ਕਿ ਨਹੀਂ ਬਦਲਦਾ। ਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਪਾਣੀ ਨੀਵਿਆਂ ਵੱਲ ਨੂੰ ਤੁਰਿਆ ਕਰ। ਤੇ ਅਖੀਰਲੀ ਮੰਜ਼ਿਲ ਫਿਰ ਸਤਿਗੁਰੂ ਜੀ ਕਹਿੰਦੇ ਪਾਣੀ ਹੁਆ ਤੋ ਕਿਆ ਹੁਆ,
ਓਏ ਗਰਬ ਨਾ ਕਰੀ ਪਾਣੀ ਹੋ ਕੇ, ਹੰਕਾਰੀ ਨਾ ਹੋ ਜੀ ਪਾਣੀ ਬਣ ਕੇ। ਠੀਕ ਹੈ ਪਾਣੀ ਨੀਵੇਂ ਬੰਨੇ ਨੂੰ ਚੱਲਦਾ ਆ, ਪਰ ਇੱਕ ਔਗਣ ਪਾਣੀ ਵਿੱਚ ਵੀ ਹੈ, ਇਹਨੂੰ ਠੰਡੇ ਥਾਂ ਤੇ ਰੱਖ ਦੋ ਠਰ ਜਾਂਦਾ, ਤੱਤੇ ਥਾਂ ਤੇ ਰੱਖ ਦੋ ਤਪ ਜਾਂਦਾ। ਗੱਲ ਪਾਣੀ ਦੀ ਥੋੜ੍ਹੀ ਹੋ ਰਹੀ ਹੈ, ਗੱਲ ਸਾਡੀ ਹੋ ਰਹੀ ਹੈ। ਜਿਹੋ ਜਿਹਾ ਚ ਜਾਨਾ ਉੱਦਾਂ ਦਾ ਹੋ ਜਾਣਾ। ਜੇ ਰੱਬ ਦਾ ਪਿਆਰਾ ਹੋਣਾ ਨਾ, ਜੇ ਗੁਰੂ ਨਾਨਕ ਦੇ ਘਰ ਦਾ ਬਣਨਾ, ਫਿਰ ਠੰਡੇ ਥਾਂ ਤੇ ਠੰਡੇ ਬੁਰਜ ਵਿੱਚ ਠਰੀ ਨਾ, ਤੱਤੇ ਥਾਂ ਤੇ ਤਤੀ ਤਵੀ ਤੇ ਤਪੀ ਨਾ। ਇਹਨੂੰ ਸਿੱਖੀ ਕਹਿੰਦੇ ਆ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਗੁਰਦੁਆਰੇ ਆਉਣ ਵਾਲਾ ਉਦਾਂ ਦਾ ਚਾਹੀਦਾ ਜਿੱਦਾਂ ਦੇ ਗੁਰੂ ਸਾਹਿਬ ਜੀ ਆਪ ਨੇ। ਇਹਦੇ ਤੋਂ ਥੱਲੇ ਨਹੀਂ ਪ੍ਰਵਾਨ, ਇਹਦੇ ਤੋਂ ਥੱਲੇ ਨਹੀਂ ਪ੍ਰਵਾਨ ਚੜ੍ਹਨਾ ਬਾਬੇ ਨਾਨਕ ਦੇ ਘਰ। ਇਹਨੂੰ ਕਹਿੰਦੇ ਨੇ ਨਾਮ ਜਪਣਾ। ਜਿਹੜੇ ਇਹ ਨਾਮ ਜਪਦੇ ਨੇ, ਮੇਰੇ ਦਾਤਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਪਦਮ ਕੰਵਲਾਸ ਪਤ ਤਾਸ ਸਮ ਤੁਲ ਨਹੀਂ ਆਨ ਕਹੂ। ਉਹਨਾਂ ਦਾ ਮੁਕਾਬਲਾ ਕੋਈ ਦੂਜਾ ਕਿੱਥੋਂ ਕਰ ਜੂ? ਜਿਹੜੇ ਰੱਬ ਦੇ ਪਿਆਰੇ ਬਣ ਜਾਂਦੇ ਨੇ, ਕੋਈ ਕਰ ਜੂ ਮੁਕਾਬਲਾ ਉਹਨਾਂ ਦਾ? ਉਹ ਤਾਂ ਰੱਬ ਵਰਗੇ ਹੀ ਹੁੰਦੇ ਨੇ। ਫਿਰ ਏਕ ਹੀ ਏਕ ਅਨੇਕ ਹੋਏ ਵਿਸਥਾਰਿਓ। ਇੱਕੋ ਹੀ ਹੈ ਜਿਹੜਾ ਅਨੇਕਤਾ 'ਚ ਹੈ, ਇੱਕੋ ਹੀ ਹੈ ਜਿਹੜਾ ਸਾਰਿਆਂ 'ਚ ਹੈ। ਕਿਸੇ ਨਾਲ ਮਾੜਾ ਕਰਨ ਲੱਗਿਆ ਐਂ ਸੋਚੀ ਵੀ ਗੁਰਦੁਆਰੇ ਨਾਲ ਮਾੜਾ ਹੋਣ ਲੱਗਾ, ਐਂ ਲਿਆਇਓ ਦਿਮਾਗ 'ਚ, ਇੱਦਾਂ ਆਵੇ ਸੁਰਤ ਵਿੱਚ। ਜਦੋਂ ਕਿਸੇ ਬਾਰੇ ਮਾੜਾ ਸੋਚੀਏ ਨਾ, ਐਂ ਲੱਗੇ ਵੀ ਮੈਂ ਕਿਸੇ ਨਾਲ ਨਹੀਂ ਮਾੜਾ ਕਰਨ ਲੱਗਾ, ਇਹ ਰੱਬ ਨਾਲ ਮਾੜਾ ਹੋਣਾ, ਇਹ ਗੁਰੂ ਨਾਲ ਮਾੜਾ ਹੋਣਾ। ਮੈਂ ਧੋਖਾ ਕਿਸੇ ਬੰਦੇ ਨਾਲ ਨਹੀਂ ਕਰਨ ਲੱਗਾ, ਇਹਦੇ 'ਚ ਰੱਬ ਵਸਦਾ, ਰੱਬ ਨਾਲ ਧੱਕਾ ਨਹੀਂ ਕਰਨਾ ਚਾਹੀਦਾ। ਕਿਤੇ ਇਹ ਥਿਊਰੀ ਸਮਝਾਉਂਦੇ ਆਪਾਂ ਦੁਨੀਆ ਦੇ ਲੋਕਾਂ ਨੂੰ ਵੀ ਗੁਰੂ ਗ੍ਰੰਥ ਸਾਹਿਬ 'ਚ ਐਂ ਲਿਖਿਆ। ਇੱਕੋ ਹੀ ਹੈ ਜਿਹੜਾ ਅਨੇਕਤਾ 'ਚ ਹੈ, ਉਹ ਦੋ ਨਹੀਂ ਹਨ, ਉਹ ਅਲੱਗ-ਅਲੱਗ ਨਹੀਂ ਹੈ। ਏਕ ਹੀ ਏਕ ਅਨੇਕ ਹੋਏ ਵਿਸਥਾਰਿਓ ਆਨ ਰੇ ਆਨ ਭਰਪੂਰ ਸੋ। ਸਾਰਿਆਂ ਵਿੱਚ ਹੈ ਉਹ, ਵੇਖਿਆ ਕਰ। ਜਿੱਦਣ ਵੇਖਣ ਦੀ ਜਾਚ ਆ ਗਈ, ਸਭ ਤੋਂ ਪਹਿਲਾਂ ਸਾਨੂੰ ਆਪਣੇ ਪਰਿਵਾਰਕ ਮੈਂਬਰਾਂ 'ਚ ਰੱਬ ਦਿਸੂ, ਫਿਰ ਫਾਇਦਾ ਹੋਊ ਗੁਰਦੁਆਰੇ ਆਉਣ ਦਾ, ਫਿਰ ਲਾਭ ਹੋਊ ਗੁਰਦੁਆਰੇ ਮੱਥਾ ਟੇਕਣ ਦਾ। ਅਦਰਵਾਈਜ਼ ਨਹੀਂ। ਅਦਰਵਾਈਜ਼ ਗੇੜਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਕੱਢੀ ਜਾਂਦੇ ਹੋ। ਜਾਂ ਕੈ ਭਾਗਵਤ ਲਿਖੀਐ ਅਵਰ ਨਹੀਂ ਪੇਖੀਐ। ਜਿਹਦੀ ਜ਼ਿੰਦਗੀ 'ਚ ਰੱਬ ਦੇ ਗੁਣ ਲਿਖੇ ਗਏ, ਉਹ ਕਿਸੇ ਹੋਰ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਨਹੀਂ ਆਉਣ ਦਿੰਦਾ। ਰਵਿਦਾਸ ਜੀ ਕਹਿੰਦੇ ਜਾ ਤਾਸ ਕੀ ਜਾਤ ਅਸ਼ੋਪ ਛਿਪਾ। ਭਾਵੇਂ ਲੋਕ ਉਹਦੀ ਜਾਤ ਨੂੰ ਨੀਵੀਂ ਜਾਤ ਵਾਲਾ ਕਹਿੰਦੇ ਨੇ, ਪਰ ਰਵਿਦਾਸ ਜੀ ਕਹਿੰਦੇ ਨਾਮਦੇਵ ਜੀ ਵਰਗੇ ਰੱਬ ਦੇ ਗੁਣਾਂ ਕਰਕੇ ਸੰਸਾਰ ਵਿੱਚ ਮਹਾਨ ਬਣ ਗਏ। ਉਹਨਾਂ ਦੀ ਕੁਆਲਿਟੀ ਇਹ ਹੈ, ਬਿਆਸ ਮਹਿ ਲਿਖੀਐ ਸਨਕ ਮਹਿ ਪੇਖੀਐ। ਪੰਡਤ ਜੀ ਮੇਰੇ ਨਾਲ ਗੱਲਾਂ ਕਰਦੇ ਹੋ, ਲਿਖਦੇ ਤੇ ਤੁਸੀਂ ਵੀ ਆਪਣੇ ਗ੍ਰੰਥਾਂ ਵਿੱਚੋਂ ਵੀ ਰੱਬ ਬਹੁਤ ਮਹਾਨ ਹੈ, ਪਰ ਗੱਲ ਇਹ ਹੈ ਵੀ ਰੱਬ ਦੀ ਮੰਨਦੇ ਨਹੀਂ ਤੁਸੀਂ। ਤਕਲੀਫ ਤੁਹਾਨੂੰ ਇਹ ਹੈ, ਪੱਥਰ ਬਣਾਇਆ ਬੰਦੇ ਨੇ ਜਿਹਨੂੰ ਤੁਸੀਂ ਭਗਵਾਨ ਕਹਿ ਕੇ ਐਲਾਨ ਦਿਓ। ਇਸ ਭਗਵਾਨ ਦੇ ਗਾੜੀ ਦਿਨ 'ਚ 36 ਪ੍ਰਕਾਰ ਦੇ ਭੋਜਨ ਰੱਖਦੇ ਹੋ, ਪਰ ਰੱਬ ਨੇ ਬਣਾਇਆ ਬੰਦਾ ਤੁਹਾਨੂੰ ਚੰਗਾ ਨਹੀਂ ਲੱਗਦਾ। ਭਗਵਾਨ ਪੱਥਰ ਦਾ ਬਣਾ ਲਿਆ, ਪਰ ਰੱਬ ਜਿਹੜਾ ਭਗਵਾਨ ਬਣਾ ਕੇ ਧਰਤੀ ਤੇ ਬੰਦੇ ਦੇ ਰੂਪ ਵਿੱਚ ਭੇਜਿਆ, ਇਹਦੇ ਨਾਲ ਨਫ਼ਰਤਾਂ ਪਾਲਦੇ ਹੋ। ਕਿਹੜਾ ਧਰਮ ਗ੍ਰੰਥ ਤੁਹਾਨੂੰ ਇਹ ਅਕਲ ਦਿੰਦਾ ਆ? ਲਿਆਓ ਸਾਹਮਣੇ ਸਾਡੇ ਕਿਹੜੇ ਗ੍ਰੰਥ 'ਚ ਲਿਖੀ ਆ ਤੁਹਾਡੇ ਇਹ ਗੱਲ ਵੀ ਬੰਦਿਆਂ ਨੂੰ ਨੀਚ ਕਹਿਣਾ ਚਾਹੀਦਾ? ਇਹਨਾਂ ਗੱਲਾਂ ਦੇ ਜਵਾਬ ਨਹੀਂ ਹੁੰਦੇ ਸਨ ਰਵਿਦਾਸ ਜੀ ਹੋਣਾ ਦੇ, ਤਾਂ ਅਗਲੇ ਧੱਕੇ ਮਾਰ ਮਾਰ ਕੇ ਰਵਿਦਾਸ ਜੀ ਹੋਣਾ ਨੂੰ ਕੱਢਦੇ ਨੇ। ਜੇ ਰੱਬ ਦੇ ਇਹ ਗੁਣ ਵੇਖਣੇ ਨੇ, ਤੁਹਾਡੇ ਗ੍ਰੰਥ ਵੀ ਗੱਲਾਂ ਕਰਦੇ ਨੇ। ਸਨਕ ਮਹਿ ਪੇਖੀਐ ਨਾਮ ਕੀ ਨਾਮਨਾ ਸਪਤ ਦੀਪਾ। ਜਿਹੜੀ ਰੱਬ ਦੀ ਸਮਝ ਹੈ ਨਾ, ਉਹ ਤਾਂ ਲੋਕ ਪਰਲੋਕ ਸਾਰਿਆਂ ਥਾਵਾਂ ਤੇ ਹੀ ਹੈ। 7 ਸਮੁੰਦਰ ਪਾਰ 7 ਦੀਪਾਂ ਤੱਕ ਰੱਬ ਦੀ ਮਹਿਮਾ ਆ। ਪੰਡਤ ਜੀ ਪ੍ਰੋਬਲਮ ਤੇਰੀ ਇਹ ਹੈ ਵੀ ਤੂੰ ਆਪਣੇ ਰੱਬ ਦੀਆਂ ਗੱਲਾਂ ਜਾਣਨ ਲਈ ਰਾਜ਼ੀ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਜਾਂ ਕੈ ਈਦ ਬਕਰੀਦ ਕੁਲ ਗਊਰੇ ਵੱਧ ਕਰੈ ਮਾਨੀਐ ਸ਼ੇਖ ਸ਼ਹੀਦ ਪੀਰਾ। ਰਵਿਦਾਸ ਜੀ ਕਹਿੰਦੇ ਜ਼ੋਰ ਤਾਂ ਇੱਥੇ ਮੁਗਲ ਹਕੂਮਤ ਨੇ ਕਬੀਰ ਜੀ ਨੂੰ ਵੀ ਲਾਇਆ, ਪਰ ਗੱਲ ਇਹ ਹੈ ਵੀ ਕਬੀਰ ਜੁਰਤ ਨਾਲ ਅੜ ਗਿਆ। ਕਬੀਰ ਨੇ ਹਿੰਮਤ ਕਰ ਲਈ।
ਕਿੰਨੇ ਕਬੀਰ ਦੇ ਵੱਡ ਵਡੇਰੇ ਜਿਹੜੇ ਸਨ ਅਗਲਿਆਂ ਨੇ ਤਲਵਾਰ ਦੀ ਨੋਕ ਨਾਲ ਆਪਣੇ ਚ ਲੈ ਆਂਦੇ, ਸ਼ਾਮਲ ਕਰ ਲਏ। ਭਾਰਤ ਵਿੱਚ ਗੁਰਨਾਮ ਸਿੰਘ ਉਪਦੇਸ਼ਕ ਦੀ ਪੁਸਤਕ ਹੈ, ਕਲਗੀਆਂ ਵਾਲੇ ਪਾਤਸ਼ਾਹ ਬਾਰੇ ਉਹਨੇ ਲਿਖਿਆ। ਉਹ ਕਹਿੰਦਾ, ਆਜ ਲੋ ਜੋ ਦੇਖਤੇ ਹੋ ਹਿੰਦ ਮੈਂ ਮੁਸਲਮਾਨ, ਇਨ ਮੈਂ ਬਤਾਓ ਕੌਣ ਅਰਬਸਤਾਨ ਕੇ। ਜਿਹੜੇ ਭਾਰਤ ਦੇ ਮੁਸਲਮਾਨ ਨੇ ਨਾ, ਦੂਜੇ ਮੁਲਕ ਚੋਂ ਨਹੀਂ ਆਏ, ਇਹ ਮੁਗਲ ਹਕੂਮਤ ਦੇ ਵੇਲੇ ਡਰਦਿਆਂ ਬਣੇ ਨੇ, ਤਲਵਾਰ ਦੀ ਘਾਟ ਤੇ ਚਾੜ ਕੇ ਅਗਲਿਆਂ ਨੇ ਬਣਾਏ। ਰਵਿਦਾਸ ਜੀ ਕਹਿੰਦੇ, ਕਬੀਰ ਜੀ ਦੇ ਵੱਡ ਵਡੇਰਿਆਂ ਨੂੰ ਵੀ ਤੁਸੀਂ ਡਰਾਇਆ ਧਮਕਾਇਆ ਤੇ ਆਪਣੇ ਚ ਲੈ ਆਂਦਾ, ਉਹ ਵੀ ਤੁਹਾਡੀ ਈਦ ਬਕਰੀਦ ਮੰਨਣ ਲੱਗ ਪਏ, ਤੁਹਾਡੇ ਸ਼ਹੀਦਾਂ ਤੇ ਪੀਰਾਂ ਨੂੰ ਮੰਨਣ ਲੱਗ ਪਏ। ਪਰ ਕਬੀਰ ਅੜ ਗਿਆ, ਉਹਨੇ ਜੁਰਤ ਵਿਖਾਈ। ਉਹ ਕਹਿੰਦਾ, ਮੈਂ ਨਹੀਂ ਮੰਨਦਾ ਤੁਹਾਡੀ, ਜੋ ਹੁੰਦਾ ਤੁਹਾਡੇ ਤੋਂ ਕਰ ਲਓ। ਜਾਂ ਕਹਿ ਬਾਪ ਵੈਸੀ ਕਰੀ, ਜਿਹਦੇ ਬਾਪਿਆਂ ਨੇ ਪਿਓ ਦਾਦਿਆਂ ਨੇ ਉਹ ਕੀਤੀ ਜੋ ਤੁਸੀਂ ਕਰਾਉਣਾ ਚਾਹੁੰਦੇ ਸੀ। ਪੂਤ ਐਸੀ ਸਰੀ, ਪੁੱਤ ਤੋਂ ਫਿਰ ਇਦਾਂ ਦੀ ਸਰੀ। ਉਹ ਹਟ ਗਿਆ ਉਹਨਾਂ ਦੇ ਸਾਹਮਣੇ। ਉਹ ਕਹਿੰਦਾ, ਮੈਂ ਨਹੀਂ ਮੰਨਦਾ। ਤੇਹੂੰ ਰੇ ਲੋਕ ਪ੍ਰਸਿੱਧ ਕਬੀਰਾ, ਤਾਂ ਕਰਕੇ ਕਬੀਰ ਸਾਹਿਬ ਜੀ ਦਾ ਨਾਂ ਦੁਨੀਆ 'ਚ ਰਹਿ ਗਿਆ, ਬਾਕੀਆਂ ਦਾ ਮਿਟ ਗਿਆ ਜਿਹੜੇ ਮਿਲ ਗਏ ਤੁਹਾਡੇ ਨਾਲ। ਤੇ ਚੇਤਾ ਰੱਖੋ, ਜਿਹੜੇ ਅੱਜ ਵਹਿਣ 'ਚ ਵਹਿੰਦੇ ਨੇ ਨਾ ਵੀ ਚੱਲ ਮਾਹੌਲ ਹੀ ਇਦਾਂ ਦਾ ਆ, ਫਿਰ ਅਸੀਂ ਰਲ ਜਾਂਦੇ ਆ, ਫਿਰ ਕੀ ਹੋਇਆ, ਇਹ ਚੇਤਾ ਰੱਖਿਓ, ਮੁੱਕ ਜਾਣਾ ਇੱਕ ਦਿਨ। ਆਪਾਂ ਇਹ ਮੁੱਕਾਂਗੇ, ਇਸ ਲਈ ਆਪਣੀ ਹੋਂਦ ਨੂੰ ਬਚਾਉਣਾ ਬਹੁਤ ਜ਼ਰੂਰੀ ਹੁੰਦਾ। ਜਾਂ ਕੈ ਕੁਟੰਬ ਕੇ ਢੇਡ ਸਭ ਢੋਰ ਢਵੰਤ, ਫਿਰੈ ਅਜੋ ਬਨਾਰਸੀ ਆਸ ਪਾਸਾ। ਰਵਿਦਾਸ ਜੀ ਦੇ ਵੱਡ ਵਡੇਰੇ ਵੀ ਕਹਿੰਦਾ, ਇਦਾਂ ਹੀ ਤੁਹਾਡੇ ਆਲੇ ਦੁਆਲੇ ਚੰਮ ਢੋਂਦੇ ਸਨ, ਤਾਂ ਹੀ ਤੇ ਤੁਹਾਨੂੰ ਤਕਲੀਫ ਹੁੰਦੀ ਹੈ ਵੀ ਚੰਮ ਢੋਣ ਵਾਲੇ ਬੰਦੇ ਜਿਹੜੇ ਕੱਲ ਤੱਕ ਜੁੱਤੀਆਂ ਗੰਢਦੇ ਸਨ, ਇਹਨਾਂ ਨੂੰ ਅਕਲ ਇੰਨੀ ਕਿੱਥੋਂ ਆ ਗਈ ਵੀ ਸਾਡੇ ਸਾਹਮਣੇ ਗੱਲਾਂ ਕਰਦੇ ਆ। ਪਰ ਰਵਿਦਾਸ ਜੀ ਕਹਿੰਦੇ, ਆਚਾਰ ਸਹਿਤ ਵਿਪਰ ਕਰੈ ਡੰਡੌਤ। ਤੁਹਾਡੇ ਵੱਡੇ ਵੱਡੇ ਜਿਹੜੇ ਬ੍ਰਾਹਮਣ, ਵੱਡੇ ਵੱਡੇ ਦੇਵਤੇ ਅਖਵਾਉਂਦੇ ਸਨ, ਉਹਨਾਂ ਨੂੰ ਵੀ ਨਮਸਕਾਰ ਨਾ ਕਰਨ ਲਾਇਆ। ਤੇ ਮੈਨੂੰ ਰਵਿਦਾਸ ਕਿਹਨੇ ਕਹਿਣਾ, ਇਦਾਂ ਨਹੀਂ ਤੁਹਾਡੀਆਂ ਧਮਕੀਆਂ ਤੋਂ ਡਰਨ ਵਾਲਾ। ਡੰਡੌਤ ਤਿੰਨ ਤਨੈ ਰਵਿਦਾਸ ਦਾ ਸਾਨ ਦਾਸਾ। ਰਵਿਦਾਸ ਜੀ ਰੱਬ ਦਾ ਦਾਸ ਹੈ, ਇਸ ਕਰਕੇ ਤੁਹਾਡੇ ਵਰਗਿਆਂ ਨੂੰ ਦਾਸ ਬਣਾਉਣਾ ਮੈਨੂੰ ਆਉਂਦਾ, ਮੈਂ ਨਹੀਂ ਤੁਹਾਡੀ ਪਰਵਾਹ ਕਰਦਾ। ਗੁਰੂ ਮਿਹਰ ਕਰੇ ਇਹ ਜੁਰਤ, ਇਹ ਪੈਸ਼ਨ, ਇਹ ਹਿੰਮਤ ਕਿਤੇ ਅੱਜ ਸਾਡੇ ਵਿੱਚ ਵੀ ਆਵੇ, ਅਸੀਂ ਗੁਰੂ ਨਾਨਕ ਦੀ ਬਾਣੀ ਦੀ ਗੱਲ ਡੰਕੇ ਦੀ ਚੋਟ ਤੇ ਕਰ ਸਕੀਏ। ਪ੍ਰਭਾਵ ਦੁਨੀਆ ਦਾ ਨਾ ਕਬੂਲੀਏ, ਗੁਰੂ ਨਾਨਕ ਪਿਤਾ ਜੀ ਦਾ ਕਬੂਲੀਏ। ਇਹ ਜ਼ਰੂਰੀ ਹੈ ਅੱਜ ਦੇ ਸਮੇਂ ਵਿੱਚ, ਜੇ ਅਸੀਂ ਆਪਣੀ ਕੌਮ ਲਈ ਕੁਝ ਕਰਨਾ ਚਾਹੁੰਦੇ ਹਾਂ, ਆਪਣੀ ਕੌਮ ਨੂੰ ਬਚਾਉਣਾ ਚਾਹੁੰਦੇ ਹਾਂ। ਆਪ ਸਭ ਦਾ ਧੰਨਵਾਦ, ਸ਼ੁਕਰਾਨਾ ਗੁਰੂ ਸਾਹਿਬ ਜੀ ਦਾ। ਭੁੱਲਾਂ ਚੁੱਕਾਂ ਮੇਰੀਆਂ ਸ਼ਬਦ ਗੁਰਦੇਵ ਪਿਤਾ ਜੀ ਦੇ ਸਮਝ ਕੇ ਹਿਰਦੇ 'ਚ ਵਸਾ ਲੈਣੇ, ਭੁੱਲਾਂ ਮਾਫ ਕਰ ਦੇਣੀਆਂ। ਗੱਜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਨਛੱਤਰ ਸਿੰਘ ਜੀ।